ताके निगम दूध के थाटा, समुंद बिलोवन को माटा। ताकी हो बिलोवन हारी, क्यों मेटे गो छाछ तुहारी। चेरी तू राम न करस पतारा, जग जीवन प्राण आधारा। रहाओ तेरे गले तौक पग भेरी, तू कर कर रमैया फेरी। तू अजो न चेतस चेरी, तू जम बपरी है हेरी। प्रभ करण करावन हारी, क्या चेरी हाथ बिचारी। सोई सोई जागी, जित लाई तित लागी। चेरी तैं सुमत कहाँ ते पाई, जानते भ्रम की लीक मिटाई। सोरस कबीर जानिया, मेरो गुर प्रसाद मन मानिया। वाहिगुरु जी का खालसा, वाहिगुरु जी की फतेह। भगत कबीर जी ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪੰਜਵਾਂ ਸ਼ਬਦ ਹੈ, ਜਿਸ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ। ਅਸੀਂ ਪਿਛਲੇ ਕੁਝ ਦਿਨਾਂ ਤੋਂ ਗੁਰਬਾਣੀ ਗਿਆਨ ਨਾਮੀ ਇੱਕ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਦਾ ਸਮਾਂ ਹਰ ਐਤਵਾਰ ਸਵੇਰੇ 7 ਤੋਂ 8। ਉਸ ਵਿੱਚ ਕਿਸੇ ਇੱਕ ਗੁਰਮੁਖ ਪਿਆਰੇ ਦਾ ਸਵਾਲ ਆਇਆ ਕਿ ਜੀ ਇਹ ਦੱਸਣਾ ਕਰੋ ਕਿ ਮਹਿੰਗੀ ਬਾਣੀ ਕਿਸ ਨੂੰ ਕਹਿੰਦੇ ਹਨ। ਅਸਲ ਵਿੱਚ ਮਹਿੰਗੀ ਤਾਂ ਨਹੀਂ ਕਹਿਣੀ ਚਾਹੀਦੀ। ਜੇ ਮਹਿੰਗੀ ਕਹਾਂਗੇ ਤੇ ਕੁਝ ਕਹਿਣਗੇ ਸਸਤੀ ਕਿਹੜੀ ਹੈ। ਨਹੀਂ, ਇਹ ਮੈਂ ਔਖੀ ਤੇ ਸੌਖੀ ਸਮਝਣਾ। ਜਿਹੜੀ ਬਾਣੀ ਸੁਖੈਨਤਾ ਨਾਲ ਪਾਠ ਕਰਦਿਆਂ ਆਮ ਜਗਿਆਸੂ ਨੂੰ ਸਮਝ ਵਿੱਚ ਆ ਜਾਏ, ਉਹਨੂੰ ਅਸੀਂ ਸੁਖੈਨ ਬਾਣੀ ਵੀ ਕਹਿ ਸਕਦੇ। ਤੇ ਜਿਹੜੀ ਬਾਣੀ ਪੜ੍ਹ ਕੇ ਆਮ ਸਰੋਤਿਆਂ ਨੂੰ, ਜਗਿਆਸੂਆਂ ਨੂੰ ਸਮਝ ਨਾ ਆਵੇ, ਉਹਨੂੰ ਔਖੀ ਨਹੀਂ ਕਹਿੰਦੇ ਤੇ ਮਹਿੰਗੀ ਕਹਿ ਦਿੰਦੇ। ਸੱਚਮੁੱਚ ਭਗਤ ਕਬੀਰ ਜੀ ਦਾ ਇਹ ਸ਼ਬਦ ਪੜ੍ਹ ਕੇ ਇਵੇਂ ਹੀ ਪ੍ਰਤੀਤ ਹੁੰਦਾ ਕਿ ਇਹ ਔਖੀ ਬਾਣੀ ਹੈ। ਇਹਨੂੰ ਚਾਹੇ ਤੁਸੀਂ ਮਹਿੰਗੀ ਕਹਿ ਲਓ, ਡੂੰਘੀ ਕਹਿ ਲਓ, ਕੋਈ ਵੀ ਸ਼ਬਦ ਵਰਤ ਲਓ, ਕਿਉਂਕਿ ਭਗਤ ਕਬੀਰ ਜੀ ਦਾ ਭਗਤਾਂ ਵਿੱਚ ਇੱਕ ਬਹੁਤ ਵੱਡਾ ਸਥਾਨ ਹੈ। ਉਹਨਾਂ ਦੀ ਜਿਹੜੀ ਬਾਣੀ ਹੈ, ਉਹਨੂੰ ਵੀ ਸਮਝਣ ਵਾਸਤੇ ਸਾਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ। ਦਾਸ ਨੇ ਇਸ ਭਗਤ ਬਾਣੀ ਵਿੱਚੋਂ ਬਹੁਤੀ ਬਾਣੀ ਸੰਤ ਬਾਬਾ ਨਿੱਕਾ ਸਿੰਘ ਜੀ, ਜੋ ਨਿਰਮਲੇ ਸਾਧੂ ਕਰਨਾਲ ਵਿੱਚ ਨਿਵਾਸ ਰੱਖਿਆ ਕਰਦੇ ਸਨ, ਉਹਨਾਂ ਦੀ ਸੰਗਤ ਕਰਨ ਦਾ ਮੌਕਾ ਬਣਿਆ। ਕਿਉਂਕਿ ਉਹ ਬੜੇ ਵਿਦਵਾਨ ਸਨ, ਉਹ ਬਿਰਖਤ ਸਨ, ਬੜੀ ਉੱਚ ਕੋਟੀ ਦੇ ਸਾਧੂ ਸਨ। ਤੋ ਦਾਸਰੇ ਨੂੰ ਉਹਨਾਂ ਕੋਲ ਬੈਠ ਕੇ ਇਹ ਭਗਤ ਬਾਣੀ ਦੇ ਕੁਝ ਸ਼ਬਦ ਪੜ੍ਹਨ ਦਾ ਅਵਸਰ ਮਿਲਿਆ। ਕਿਉਂਕਿ ਜਿਨ੍ਹਾਂ ਨੇ ਇਸ ਬਾਣੀ ਨੂੰ ਸਟੱਡੀ ਕੀਤਾ, ਅਧਿਐਨ ਕੀਤਾ, ਉਹਨਾਂ ਦੇ ਸਮਝਾਉਣ ਦੇ ਤਰੀਕੇ ਤੋਂ ਬੜੀ ਛੇਤੀ ਸਮਝ ਆ ਜਾਂਦਾ। ਇਹ ਠੀਕ ਹੈ ਕਿ ਟੀਕਾਕਾਰਾਂ ਨੇ, ਸੰਪਰਦਾਈ ਗਿਆਨੀਆਂ ਨੇ ਬੜੀ ਮਿਹਨਤ ਕੀਤੀ। ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਹਰ ਸ਼ਬਦ ਨੂੰ ਵਿਚਾਰਨ ਵੇਲੇ ਉਸ ਦਾ ਅਧਿਐਨ ਵੀ ਕੀਤਾ ਹੈ ਔਰ ਉਸ ਨੂੰ ਸਮਝਾਉਣ ਲਈ
ਗੁਰਬਾਣੀ ਵਿਆਕਰਨ ਦੀ ਵੀ ਟੇਕ ਲਈ। ਆਓ ਅਸੀਂ ਵੀ ਨਿਮਾਣਾ ਜਿਹਾ ਯਤਨ ਕਰਦੇ ਹਾਂ। ਭਗਤ ਕਬੀਰ ਜੀ ਇਸ ਪਾਵਨ ਸ਼ਬਦ ਵਿੱਚ ਚੇਰੀ ਸ਼ਬਦ ਵਰਤਦੇ ਹਨ। ਚੇਰੀ ਦੇ ਅੱਖਰੀ ਅਰਥ ਹਨ ਦਾਸੀ। ਇਹ ਸਾਡੀ ਜਿੰਦ ਜੀਵ ਇਸਤਰੀ ਹੈ। ਆਪਣੀ ਜਿੰਦ ਨੂੰ ਸੰਬੋਧਨ ਕਰਕੇ ਭਗਤ ਕਬੀਰ ਜੀ ਇਹ ਸਵਾਲ ਜਵਾਬ ਕਰਦੇ ਹਨ ਔਰ ਸਾਨੂੰ ਜਾਚ ਸਿਖਾਉਂਦੇ ਹਨ। ਭਾਈ ਅਸੀਂ ਵੀ ਇਸ ਤਰ੍ਹਾਂ ਆਪਣੀ ਜਿੰਦ ਨਾਲ ਬਾਤ ਕਰੀ। ਚੇਰੀ ਤੂੰ ਰਾਮ ਨ ਕਰਸ ਪਤਾਰਾ। ਹੁਣ ਪਹਿਲਾਂ ਤੇ ਅੱਖਰੀ ਅਰਥ ਸਮਝਣੇ ਹਨ। ਚੇਰੀ ਦਾ ਮਤਲਬ ਹੈ ਦਾਸੀ। ਹੇ ਮੇਰੀਏ ਜਿੰਦੇ ਤਥਾ ਜਿੰਦ ਰੂਪੀ ਦਾਸੀ, ਤੂੰ ਹੋਰ ਕੰਮ ਤੇ ਬਹੁਤ ਕਰਦੀ, ਪਰ ਜਿਹੜਾ ਅਸਲ ਕੰਮ ਹੈ ਉਹ ਤੂੰ ਨਹੀਂ ਕਰਦੀ। ਉਹ ਅਸਲ ਕੰਮ ਕੀ ਹੈ? ਚੇਰੀ ਤੂੰ ਰਾਮ ਨ ਕਰਸ ਪਤਾਰਾ। ਤੂੰ ਉਸ ਰਮੇ ਹੋਏ ਰਾਮ ਨੂੰ, ਜੋ ਸਾਰੇ ਜ਼ਰੇ ਜ਼ਰੇ ਵਿੱਚ ਵਿਆਪਕ ਹੈ, ਉਹਨੂੰ ਤੂੰ ਆਪਣਾ ਪਤੀ ਕਿਉਂ ਨਹੀਂ ਬਣਾਉਂਦੀ? ਪਤਾਰ ਕਹਿੰਦੇ ਨੇ ਖਸਮ ਨੂੰ, ਪਤਾਰ ਕਹਿੰਦੇ ਨੇ ਪਤੀ ਨੂੰ। ਚੇਰੀ ਤੂੰ ਰਾਮ ਨ ਕਰਸ ਪਤਾਰਾ, ਜਗ ਜੀਵਨ ਪ੍ਰਾਨ ਆਧਾਰਾ। ਉਹ ਪਰਮਾਤਮਾ ਜੋ ਸਾਰੇ ਜਗਤ ਨੂੰ ਜੀਵਨ ਦਾਨ ਦੇਣ ਵਾਲਾ ਹੈ, ਉਹ ਪਰਮਾਤਮਾ ਜੋ ਤੇਰੇ ਮੇਰੇ ਸਭ ਦਾ ਪ੍ਰਾਣ ਆਧਾਰ ਹੈ। ਹੁਣ ਦੇਖੋ, ਜਦੋਂ ਵਿਚਾਰ ਕੀਤੀ ਸਮਝ ਆਈ, ਇਹ ਤਾਂ ਆਪਣੇ ਆਪ ਨਾਲ ਆਪ ਹੀ ਗੱਲ ਕਰਨੀ, ਕਿਉਂਕਿ ਆਪਣੇ ਆਪ ਨੂੰ ਆਪ ਹੀ ਸਮਝਾਉਣਾ ਹੈ। ਇਹ ਹੈ ਰਹਾਉ ਦੀ ਪੰਗਤੀ। ਇੱਕ ਵਾਰੀ ਪੜ੍ਹਨ ਨਾਲ ਸਮਝ ਨਹੀਂ ਆਏਗੀ, ਪਰ ਜਦੋਂ ਅਸੀਂ ਭਗਤ ਕਬੀਰ ਜੀ ਦੇ ਪਾਏ ਪੂਰਨਿਆਂ ਤੇ ਚੱਲਾਂਗੇ, ਆਪਣੀ ਜਿੰਦ ਨਾਲ ਆਪ ਗੱਲ ਕਰਨ ਦੀ ਆਦਤ ਪਾਵਾਂਗੇ। ਬਾਣੀ ਵਿੱਚ ਇਹੀ ਤਰੀਕਾ ਵਰਤਿਆ। ਬਹੁਤ ਜਗ੍ਹਾ ਮਹਾਰਾਜ ਨੇ ਆਪਣੇ ਆਪ ਨੂੰ ਸੰਬੋਧਨ ਕੀਤਾ। ਉੱਥੇ ਮਨ ਕਹਿ ਕੇ ਕਿਹਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਗੱਲ ਇੱਕੋ ਹੀ ਹੈ, ਸਿਰਫ ਸ਼ਬਦਾਵਲੀ ਦਾ ਅੰਤਰ ਜ਼ਰੂਰ ਕਹਿ ਸਕਦੇ ਹਾਂ। ਤੋ ਭਗਤ ਕਬੀਰ ਜੀ ਆਪਣੀ ਜਿੰਦ ਨਾਲ ਗੱਲ ਕਰਦੇ ਨੇ ਤੇ ਸਾਨੂੰ ਕਰਨ ਦੀ ਜਾਚ ਸਿਖਾਉਂਦੇ ਨੇ। ਚੇਰੀ ਤੂੰ ਰਾਮ ਨ ਕਰਸ ਪਤਾਰਾ, ਜਗ ਜੀਵਨ ਪ੍ਰਾਨ ਆਧਾਰਾ। ਹੇ ਮੇਰੀਏ ਜਿੰਦੇ, ਤੂੰ ਉਸ ਰਮੇ ਹੋਏ ਰਾਮ ਨੂੰ ਆਪਣਾ ਪਤੀ ਕਿਉਂ ਨਹੀਂ ਬਣਾਉਂਦੀ? ਭਾਵ ਉਹਦੇ ਨਾਲ ਆਪਣਾ ਰਿਸ਼ਤਾ ਕਿਉਂ ਨਹੀਂ ਜੋੜਦੀ? ਉਹਦਾ ਸਿਮਰਨ ਕਿਉਂ ਨਹੀਂ ਕਰਦੀ? ਉਹ ਪਰਮਾਤਮਾ ਜਗਤ ਨੂੰ ਜੀਵਨ ਦਾਨ ਦੇਣ ਵਾਲਾ ਹੈ। ਉਹ ਪਰਮਾਤਮਾ ਸਾਡੇ ਪ੍ਰਾਣਾਂ ਦਾ ਆਧਾਰ ਆਸਰਾ। ਇਹ ਹੈ ਰਹਾਉ ਦੀ ਪੰਗਤੀ। ਇੱਕ ਵਾਰੀ ਪੜ੍ਹੋ, ਦੋ ਵਾਰੀ ਪੜ੍ਹੋ। ਹੁਣ ਤੁਹਾਨੂੰ ਇਹੀ ਬਾਣੀ ਔਖੀ ਨਹੀਂ ਸੌਖੀ ਲੱਗਣ ਲੱਗ ਜਾਏ। ਇਹ ਠੀਕ ਹੈ ਕਿ ਭਗਤ ਕਬੀਰ ਜੀ ਦਾ ਜਿਹੜਾ ਮਿਆਰ ਹੈ, ਉਹਨਾਂ ਦਾ ਸਟੈਂਡਰਡ ਹੈ ਸੋਚਣ ਵਿਚਾਰਨ ਦਾ, ਉੱਥੇ ਤੱਕ ਅਸੀਂ ਕਲਯੁਗੀ ਜੀ ਪਹੁੰਚਦੇ ਨਹੀਂ। ਹੁਣ ਭਗਤ ਜੀ ਕਹਿੰਦੇ ਨੇ, ਜਾ ਕੇ ਨਿਗਮ ਦੂਧ ਕੇ ਠਾਟਾ। ਜਾ ਕੇ, ਜਿਸ ਦੇ ਨਿਗਮ, ਇਹ ਜਿਹੜੇ ਵੇਦ ਆਦਿਕ ਹਨ। ਦੇਖੋ, ਕੁਝ ਲੋਕ ਵੇਦਾਂ ਨੂੰ ਰਿਜੈਕਟ ਕਰ ਦਿੰਦੇ ਨੇ। ਨਹੀਂ ਭਾਈ, ਗੁਰਬਾਣੀ ਨੇ ਵੀ ਰਿਜੈਕਟ ਨਹੀਂ ਕੀਤਾ। ਭਗਤ ਜੀ ਵੀ ਕਹਿੰਦੇ ਨੇ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਇਹਨਾਂ ਗ੍ਰੰਥਾਂ ਨੂੰ ਝੂਠੇ ਨਾ ਕਹੋ। ਅਸਲ ਝੂਠਾ ਬੰਦਾ ਉਹ ਹੈ ਜਿਹੜਾ ਇਹਨਾਂ ਦੀ ਵਿਚਾਰ ਨਹੀਂ ਕਰਦਾ,
गुरु अमरदास जी ने भी आनंद साहब की बौड़ी में कहा, बेदा में नाम उत्तम सो सुने नाही, फिर जो बेतालिया, कह नानक जिन सच तजिया, कूड़े लागे तिनी जन्म जूए हारिया। आख्या जेड़े ये निगम वेद आदਿਕ ने, ये दूध के ठाटा, ये जिहड़ा ठाटा शब्द है, ਇਹਦੇ अर्थ दर्पण ने थण कीते हैं। महान कोश ने इनू बनावट भी कहा है, रचना भी कहा है। तो ਵੱਖ-ਵੱਖ विद्वाना ने अपने अपने ढंग नाल ਇਹਦੇ अर्थ कीते। बाबा हरि सिंह जी रंधावे वालियां ने भी इनू थण भी कहा, ਅਤੇ ਇਸ ਦੇ ਹੋਰ ਵੀ ਕਈ अर्थ कीते ਨੇ। पर आम जग्यासू जिहड़ा है ਉਹਨੂੰ ਤੇ एक सेहत चाहिए, क्योंकि उसने इन्नी विदवता नहीं लैनी। गल की कि दुध चोण वास्ते दुध देण वाले पशुआं नूं कुदरत ने थण दिते ने, उन्हां द्वारा ही दुध चोया जा सकता। इसी तरह भगत जी कहते ने, जाके निगम दूध के ठाटा। ये जिहड़े धर्म पुस्तकां ने, धर्म ग्रंथ ने, ये मानो दुध चोण लई थण हन। जिवें गुरु नानक पातशाह ने भी फरमाया, पोथी पुराण कमाईए, पौ वट्टी इत तन पाईए, सच बूझण आण जलाईए, कर चानण साहिब तो मिले, बिन तेल दीवा क्यों जले। ये समझाउण दा तरीका है। आख्या इन्हां धर्म पुस्तकां नूं एवें ना कहो, कंडैम ना करो। इन्हां विचों वो अमृत रूपी दुध ज्ञान मिल सकता। जाके निगम दूध के ठाटा। हुण ज्यों-ज्यों असीं इन्हां अखरां नूं बार बार पढ़ांगे, फिर साडा ध्यान आएगा कि इत्थे गल ही बड़ी उच्ची है। निगम अखर जिहड़ा है ये वेद आदਿਕ धर्म पुस्तकां ते इन्हां नूं जदों असीं पढ़दे हाँ, विचारदे हाँ, इन्हां विचों ज्ञान मिलदा। अज लोकी फैशनेबल हो गए, पुस्तकां लियाइयां सजाइयां, लाइब्रेरियां भरियां पईयां ने, कोई पढ़दा ही नहीं। मैं एक दिन किसी महापुरुष के विचार सुन रहा सी। वो कहते 4 प्रकार की कृपा है, प्रभु कृपा, गुरु कृपा, शास्त्र कृपा ते अपने उत्ते अपनी कृपा। प्रभु कृपा उसने सानू मनुखा जन्म दिता, गुरु कृपा सानू गुरु ज्ञान दिंदा, और शास्त्र कृपा का मतलब है जिहड़े साडे धर्म ग्रंथ ने उन्हां नूं पढ़न नाल भी सानू बहुत कुछ नॉलेज मिलती। पर जे अपने उत्ते अपनी कृपा ना कीती जाए तो पहलियां तिन्ने कृपा जीरो हो जांदियां। कहण दा मतलब इन्हां पुस्तकां विच, धर्म पोथियां विच परमेश्वर दे संबंधी ज्ञान है। जाके निगम दूध के ठाटा, समुंद बिलोवन को माटा। ते जिहड़ा सतसंगत विच जाना है, ये मानो इन्हां धर्म ग्रंथां नूं रिड़कण दा मटका है, क्योंकि मटकी तो बिना रिड़किया नहीं जा सकता। भगत जी ने होर भी कई थाई प्रेरणा की थी। हर का बिलोमना बिलोवो मेरे भाई, सहज बिलोवो जैसे तत न जाई। हर का बिलोमना मन का बिचारा, गुर प्रसाद पावै अमृत तारा। तन कर मटकी मन माहे बिलोई, इस मटकी में शब्द संजोई। तो ये समझाउण दा तरीका है। आख्या जिहड़ा सतसंग विच जाना
ਇਹ ਇਹਨਾਂ ਧਰਮ ਗ੍ਰੰਥਾਂ ਨੂੰ ਰਿੜਕਣ ਲਈ ਮਟਕਾ ਹੈ। ਤਾਂ ਕਿ ਹੋ ਬਿਲੋਮਣ ਹਾਰੀ, ਤਾਂ ਕਿ ਇਹਨਾਂ ਧਰਮ ਗ੍ਰੰਥਾਂ ਦੇ ਗਿਆਨ ਨੂੰ ਤੂੰ ਰਿੜਕਣ ਵਾਲੀ ਬਣ ਮੇਰੀਏ ਜਿੰਦੇ। ਕਿਉਂ ਮੇਟੈ ਗੋ ਛਾਛ ਤੁਹਾਰੀ। ਜੇ ਤੈਨੂੰ ਪਰਮਾਤਮਾ ਨਾਲ ਮਿਲਾਪ ਨਹੀਂ ਵੀ ਹੋਵੇਗਾ, ਅਬਲੇ ਤੇ ਹੋਵੇਗਾ ਜ਼ਰੂਰ, ਪਰ ਫਿਰ ਵੀ ਜਿਤਨੀ ਕੁ ਤੂੰ ਮਿਹਨਤ ਕਰੇਂਗੀ, ਜਿੰਨਾ ਸਤਸੰਗ ਵਿੱਚ ਜਾਏਂਗੀ, ਜਿੰਨਾ ਧਰਮ ਗ੍ਰੰਥਾਂ ਨੂੰ ਪੜ੍ਹੇਂਗੀ, ਵਿਚਾਰੇਂਗੀ, ਤਾਂ ਤੈਨੂੰ ਜੋ ਆਤਮਿਕ ਆਨੰਦ ਮਿਲੇਗਾ ਉਹ ਲੱਸੀ ਤਾਂ ਤੇਰੀ ਕਿਧਰੇ ਨਹੀਂ ਜਾਏਗੀ। ਹੁਣ ਕਿਤਨੀ ਡੂੰਘੀ ਬਾਤ। ਸਾਧ ਸੰਗਤ, ਮੈਂ ਇਸ ਸੱਚ ਨੂੰ ਕਬੂਲਣ ਤੋਂ ਕਦੇ ਨਹੀਂ ਇਨਕਾਰ ਕਰਦਾ ਕਿ ਅੱਜ ਮੈਂ 80 ਸਾਲਾਂ ਦਾ ਹੋ ਗਿਆ। ਮੈਂ ਬਚਪਨ ਤੋਂ ਬਾਣੀ ਦਾ ਪਾਠ ਕਰ ਰਿਹਾ, ਪਰ ਨਹੀਂ ਇਸ ਤਰ੍ਹਾਂ ਕਦੇ ਵਿਚਾਰਨ ਦਾ ਅਵਸਰ ਮਿਲਿਆ। ਹੁਣ ਜਦੋਂ ਵਿਚਾਰ ਰਿਹਾ ਤੇ ਪਛਤਾਵਾ ਤੇ ਜ਼ਰੂਰ ਹੈ, ਪਰ ਨਹੀਂ, ਉਹ ਸਮਾਂ ਵੀ ਚੰਗਾ ਸੀ, ਬਾਣੀ ਨਾਲ ਜੁੜੇ ਰਹੇ। ਅੱਜ ਉਸ ਦਾ ਸਦਕਾ ਇਹ ਵਿਚਾਰਨ ਦਾ ਵੀ ਆਨੰਦ ਆ ਰਿਹਾ। ਤਾਂ ਫਿਰ ਧਿਆਨ ਦਿਓ, ਆਪਣੀ ਜਿੰਦ ਨੂੰ ਆਪ ਸਮਝਾਈਏ। ਚੇਰੀ ਤੂੰ ਰਾਮ ਨ ਕਰ ਸਪਤਾਰਾ, ਜਗ ਜੀਵਨ ਪ੍ਰਾਨ ਆਧਾਰਾ। ਰਹਾਉ। ਰਹਾਉ ਤੋਂ ਅਗਲੇ ਪਦ ਵਿੱਚ ਕਹਿੰਦੇ ਨੇ, ਹੇ ਜਿੰਦੇ, ਤੇਰੀ ਮਜਬੂਰੀ ਵੀ ਮੈਂ ਸਮਝਣਾ। ਤੇਰੇ ਗਲੇ ਤੌਕ ਪਗ ਬੇਰੀ, ਤੂੰ ਘਰ ਕਰ ਰਮਈਐ ਫੇਰੀ। ਤੇਰੇ ਗਲੇ ਵਿੱਚ ਤੌਕ, ਤੌਕ ਉਹ ਪਟਾ ਜਿਹੜਾ ਕੈਦੀ ਦੇ ਗਲ ਵਿੱਚ ਪਾਇਆ ਜਾਂਦਾ। ਕਦੇ ਤੁਸੀਂ ਜੇਲ੍ਹ ਵਿੱਚ ਗਏ ਹੋਵੋ, ਮਤਲਬ ਦੇਖਿਆ ਹੋਵੇ, ਦਾਸ ਨੇ ਤਾਂ ਤੱਕਿਆ ਹੈ, ਉੱਥੇ ਕਈ ਤਰ੍ਹਾਂ ਦੇ ਕੈਦੀ ਹੁੰਦੇ ਨੇ। ਕਈਆਂ ਨੂੰ ਸਿਰਫ ਹੱਥਕੜੀ ਲੱਗੀ ਹੁੰਦੀ ਤੇ ਕਈਆਂ ਨੂੰ ਬੇੜੀ ਪਈ ਹੁੰਦੀ ਤੇ ਕਈਆਂ ਨੂੰ ਡੰਡਾ ਬੇੜੀ ਵੀ ਪਈ ਹੁੰਦੀ ਹੈ। ਹੁਣ ਇਹ ਸਾਰੀਆਂ ਸਜ਼ਾਵਾਂ ਹਨ, ਉਹਨਾਂ ਦੇ ਕੀਤੇ ਹੋਏ ਕ੍ਰਾਈਮ ਦੇ ਮੁਤਾਬਕ ਉਹਨਾਂ ਨੂੰ ਇਹ ਸਜ਼ਾ ਦਿੱਤੀ। ਆਖਿਆ ਹੈ ਮੇਰੀ ਇਹ ਜਿੰਦੇ, ਤੂੰ ਕਿਉਂ ਨਹੀਂ ਇਸ ਪਾਸੇ ਲੱਗਦੀ? ਇਸ ਲਈ ਕਿ ਇਹ ਜਿਹੜਾ ਸੰਸਾਰ ਦਾ ਮੋਹ ਹੈ ਨਾ, ਇਹ ਤੇਰੇ ਗਲ ਵਿੱਚ ਤੌਕ ਹੈ, ਇਹ ਗੁਲਾਮੀ ਦਾ ਚੇਨ ਹੈ, ਇਹ ਤੇਰਾ ਉਹ ਗਲ ਵਿੱਚ ਪਿਆ ਹੋਇਆ ਬੰਧਨ ਹੈ। ਇਹਨੂੰ ਅਸੀਂ ਕਿੰਨੇ ਹੀ ਅੱਖਰਾਂ ਨਾਲ ਵਰਤ ਸਕਦੇ ਹਾਂ। ਤੌਕ ਸ਼ਬਦ ਦੇ ਅੱਖਰੀ ਅਰਥ ਹੁਣ ਕਈ ਇਲਾਕਿਆਂ ਵਿੱਚ ਜਨਾਨੀਆਂ ਦੇ ਗਲਾਂ ਵਿੱਚ ਵੀ ਚਾਂਦੀ ਦਾ ਅੱਧੇ ਪਾ ਦਾ ਜਾਂ ਅੱਧੇ ਸਿਰ ਦਾ ਇੱਕ ਗਲ ਵਿੱਚ ਪਾਇਆ ਹੁੰਦਾ, ਉਹਨੂੰ ਗਹਿਣਾ ਬਣਾ ਲਿਆ, ਉਹਨੂੰ ਤੌਕ ਵੀ ਕਹਿੰਦੇ। ਤੂੰ ਗੱਲ ਕੀ ਹੈ ਜਿੰਦੇ, ਤੇਰੇ ਗਲ ਵਿੱਚ ਇਹ ਮੋਹ ਦਾ ਤੌਕ ਪਿਆ ਹੋਇਆ ਤੇ ਪੈਰਾਂ ਵਿੱਚ ਤੇਰੀ ਆਸਾ ਤ੍ਰਿਸ਼ਨਾ ਦੀਆਂ ਬੇੜੀਆਂ ਪਈਆਂ ਹੋਈਆਂ। ਤੂੰ ਘਰ ਕਰ ਰਮਈਐ ਫੇਰੀ। ਇਹਨਾਂ ਕਾਰਨਾਂ ਕਰਕੇ ਤੈਨੂੰ ਉਸ ਰਮਈਏ ਨੇ ਕਈ ਜੂਨੀਆਂ ਵਿੱਚ ਫੇਰਿਆ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ। ਤੇਰੇ ਗਲੇ ਤੌਕ ਪਗ ਬੇਰੀ, ਤੂੰ ਘਰ ਕਰ ਰਮਈਐ ਫੇਰੀ। ਤੂੰ ਅਜੋ ਨ ਚੇਤਸ ਚੇਰੀ। ਹਾਲੀ ਵੀ ਤੈਨੂੰ ਹੋਸ਼ ਨਹੀਂ ਆਈ। ਤੈਨੂੰ ਹੁਣ ਮਨੁੱਖਾ ਜਨਮ ਮਿਲਿਆ, ਤੂੰ ਹਾਲੀ ਵੀ ਉਸ ਪਰਮਾਤਮਾ ਨੂੰ ਯਾਦ ਨਹੀਂ ਕਰ। ਤੂੰ ਜਮ ਬਪਰੀ ਹੈ ਹੇਰੀ। ਤੈਨੂੰ ਜਮ ਬਪਰੀ ਹੈ ਹੇਰੀ। ਜਮ ਨੇ ਤੈਨੂੰ ਨਜ਼ਰ ਵਿੱਚ ਰੱਖਿਆ ਹੋਇਆ। ਤੂੰ ਇੱਥੇ ਪੱਕਾ ਨਹੀਂ ਬੈਠ ਰਹਿਣਾ। ਜਮ ਦੀ ਨਜ਼ਰ ਵਿੱਚ ਹੈ ਤੂੰ। ਜੇ ਤੂੰ ਹੁਣ ਵੀ ਨਾ ਜਾਗੀ ਤਾਂ ਫਿਰ ਦੇਖ ਲੈ ਉਹੀ ਹਾਲ ਹੋਵੇ।
ਹੁਣ ਤੀਜੇ ਪਦ ਵਿੱਚ ਫਿਰ ਭਗਤ ਜੀ ਕਹਿੰਦੇ ਨੇ, ਪ੍ਰਭ ਕਰਨ ਕਰਾਮਨ ਹਾਰੀ, ਕਿਆ ਚੇਰੀ ਹਾਥ ਵਿਚਾਰੀ। ਇਹ ਜਿੰਦ ਵਿਚਾਰੀ ਕੀ ਕਰੇ? ਸਭ ਕੁਝ ਕਰਨ ਕਰਾਉਣ ਵਾਲਾ ਤੇ ਪਰਮਾਤਮਾ, ਉਹਦੀ ਸ਼ਕਤੀ ਹੈ। ਇਸ ਜਿੰਦ ਦੇ ਹੱਥ ਵਿੱਚ ਤੇ ਕੁਝ ਹੈ ਹੀ ਨਹੀਂ। ਸੋਈ ਸੋਈ ਜਾਗੀ, ਜਿਤ ਲਾਈ ਤਿਤ ਲਾਗੀ। ਹੁਣ ਜਿਹਦੇ ਉੱਤੇ ਕਿਰਪਾ ਹੁੰਦੀ ਹੈ, ਉਹ ਅਗਿਆਨਤਾ ਦੀ ਨੀਂਦਰ ਵਿੱਚ ਸੁੱਤੀ ਹੋਈ ਜਾਗ ਪੈਂਦੀ। ਕਈਆਂ ਦਾ ਜੀਵਨ ਪੜ੍ਹ ਕੇ ਦੇਖਿਆ, ਪਹਿਲਾਂ ਗਲਤ ਰਸਤੇ ਤੁਰਦੇ ਨੇ, ਭੈੜੇ ਕੰਮ ਕਰਦੇ ਨੇ। ਕੋਈ ਚੰਗਾ ਸਤਸੰਗੀ ਮਿਲ ਜਾਏ, ਕੋਈ ਗੁਰਮੁਖ ਮਿਲ ਜਾਏ, ਫਿਰ ਜਾਗ ਪੈਂਦੀ। ਸੋਈ ਸੋਈ ਜਾਗੀ, ਜਿਤ ਲਾਈ ਤਿਤ ਲਾਗੀ। ਜਦੋਂ ਇਸ ਅਗਿਆਨਤਾ ਦੀ, ਅਵਿਦਿਆ ਦੀ ਨੀਂਦਰ ਵਿੱਚੋਂ ਜਾਗ ਪੈਂਦੀ, ਫਿਰ ਜਿੱਧਰ ਇਹਨੂੰ ਪਰਮਾਤਮਾ ਲਾਉਂਦਾ ਲੱਗ ਜਾਂਦਾ। ਪ੍ਰਭ ਕਰਨ ਕਰਾਵਨ ਹਾਰੀ, ਕਿਆ ਚੇਰੀ ਹਾਥ ਵਿਚਾਰੀ। ਸੋਈ ਸੋਈ ਜਾਗੀ, ਜਿਤ ਲਾਈ ਤਿਤ ਲਾਗੀ। ਹੁਣ ਉਹ ਜਿੰਦ ਜਿਹੜੀ ਸੁੱਤੀ ਹੋਈ ਜਾਗੀ, ਉਹ ਇੱਕ ਜਾਗੀ ਹੋਈ ਜਿੰਦ ਨੂੰ ਪੁੱਛਦੀ ਹੈ, ਹੇ ਮੇਰੀ ਚੇਰੀ, ਹੇ ਮੇਰੀ ਸਹੇਲੀ, ਇਹ ਦੱਸ ਤੈਨੂੰ ਇਹ ਚੰਗੀ ਮੱਤ ਕਿੱਥੋਂ ਮਿਲੀ? ਚੇਰੀ ਤੈਂ ਸੁਮਤ ਕਹਾਂ ਤੇ ਪਾਈ। ਸੁਮਤ ਦਾ ਮਤਲਬ ਹੈ ਚੰਗੀ ਮੱਤ। ਹੇ ਮੇਰੀ ਸਹੇਲੀ ਸਤਸੰਗਨ, ਤੈਨੂੰ ਇਹ ਸੁਮਤ ਕਿੱਥੋਂ ਮਿਲੀ? ਜਾਂ ਤੇ ਭ੍ਰਮ ਕੀ ਲੀਕ ਮਟਾਈ। ਜਿਸ ਚੰਗੀ ਮੱਤ ਦੇ ਮਿਲਣ ਕਰਕੇ ਤੇਰੇ ਅੰਦਰੋਂ ਭਰਮ ਦੀ, ਭਟਕਣਾ ਦੀ ਲੀਕ ਖਤਮ ਹੋ ਗਈ, ਤੂੰ ਟਿਕ ਗਈ। ਦੇਖੋ, ਸ਼ਬਦਾਵਲੀ ਵੀ ਬਹੁਤ ਔਖੀ ਹੈ, ਤੇ ਭਗਤ ਜੀ ਦਾ ਜੋ ਪ੍ਰਕਰਨ ਹੈ, ਜੋ ਸਬਜੈਕਟ ਹੈ, ਉਹ ਵੀ ਬੜਾ ਔਖਾ। ਇਸ ਲਈ ਇਹਨੂੰ ਥੋੜ੍ਹੇ ਜਿਹੇ ਸਮੇਂ ਵਿੱਚ ਖੋਲ੍ਹਣਾ, ਸਮਝਣਾ ਤੇ ਸਮਝਾਉਣਾ ਸਾਰਾ ਹੀ ਕੰਮ ਔਖਾ। ਇਸ ਲਈ ਇਸ ਬਾਣੀ ਨੂੰ ਮਹਿੰਗੀ ਬਾਣੀ ਵੀ ਕਿਹਾ ਜਾਂਦਾ। ਤੋ ਇੱਕ ਜਾਗੀ ਹੋਈ ਜਿੰਦ ਕੋਲੋਂ, ਜੀਵ ਇਸਤਰੀ ਕੋਲੋਂ ਸੁੱਤੀ ਹੋਈ ਪੁੱਛਦੀ ਹੈ, ਚੇਰੀ ਤੈਂ ਸੁਮਤ ਕਹਾਂ ਤੇ ਪਾਈ। ਜਾਤੇ ਭ੍ਰਮ ਕੀ ਲੀਕ ਮਿਟਾਈ। ਸੋ ਰਸ ਕਬੀਰੈ ਜਾਣਿਆ, ਮੇਰੋ ਗੁਰ ਪ੍ਰਸਾਦ ਮਨ ਮਾਨਿਆ। ਕਬੀਰ ਜੀ ਕਹਿੰਦੇ ਹਨ, ਸੋ ਰਸ, ਉਹ ਰਸ ਕਬੀਰ ਨੇ ਜਾਣ ਲਿਆ, ਸਮਝ ਲਿਆ, ਪ੍ਰਾਪਤ ਕਰ ਲਿਆ। ਪਰ ਕਿਵੇਂ ਕੀਤਾ? ਮੇਰੋ ਗੁਰ ਪ੍ਰਸਾਦ ਮਨ ਮਾਨਿਆ। ਗੁਰੂ ਦੀ ਕਿਰਪਾ ਦੇ ਨਾਲ ਹੁਣ ਮੇਰਾ ਮਨ ਮੰਨ ਗਿਆ। ਲਓ, ਸ਼ਬਦ ਨੂੰ ਇੱਕ ਵਾਰੀ ਫਿਰ ਸੁਣੋ। ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਨੇ ਕਿਹਾ, ਚੇਰੀ ਤੂੰ ਰਾਮ ਨ ਕਰਸ ਪਤਾਰਾ, ਜਗ ਜੀਵਨ ਪ੍ਰਾਨ ਆਧਾਰਾ। ਰਾਓ ਜਾ ਕੇ ਨਿਗਮ दूध के ठाटा, समुंद बिलावन को माटा। ताकि हो बिलोमन हारी, क्यों मेटे गो छाछ तुहारी। चेरी तू राम न करस पतारा, जग जीवन प्राण आधारा। रहाओ तेरे गले तोक पग बेरी, तू कर कर रमैया फेरी। तू अजो न चेतस चेरी, तू जम्बपरी है हेरी। प्रभ करन करामन हारी, क्या चेरी हाथ बिचारी। सोई सोई जागी, जित लाई तित लागी। चेरी तैं सुमत कहाँ ते पाई, जाते भ्रम की लीक मिटाई। सो रस कबीर है जानिया, मेरो गुर प्रसाद मन मानिया। तो भगत कबीर जी दे इस शब्द का तत् भाव की है? सिमरन तो बिना जीव माया दे मोह दे बंधना में जकड़िया रहिंदा। जिस उत्ते प्रभु की मेहर होवे, ਉਹ गुरु की शरण पै के
ਨਾਮ ਰਸ ਮਾਣਦਾ ਹੈ ਤੇ ਜਨਮ ਮਰਨ ਦੇ ਗੇੜੇ ਤੋਂ ਬਚ ਜਾਂਦਾ। ਤੋ ਸਤ ਸੰਗਤ ਜੇ ਤਾਂ ਇਸ ਦੀ ਖੁੱਲ੍ਹੇ ਸਮੇਂ ਵਿੱਚ ਵਿਚਾਰ ਕੀਤੀ ਜਾਏ ਫਿਰ ਹੋਰ ਵਧੇਰੇ ਸਮਝ ਆਉਂਦੀ, ਪਰ ਸਮੇਂ ਵਿੱਚ ਰਹਿੰਦਿਆਂ ਹੋਇਆਂ ਇਹ ਸੰਖੇਪ ਵਿਚਾਰ ਔਖੇ ਸ਼ਬਦ ਜੋ ਗੁਰੂ ਨੇ ਕਰਾਈ ਹੈ ਇਹ ਆਪ ਜੀ ਨਾਲ ਸਾਂਝੀ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।